सतनाम श्री वाहिगुरु साहिब जीओ। कबित गंधर्व नगर जैसे बादर मैं देखियत, नीलता आकाश माज खाली को धर्म है। जैसे सूखो रूख आगे पुरख सो निस लागे, जेवरी अंधेरे माज सांप जो मर्म है। गंधर्व नगर जैसे बादर मैं देखियत। वाहिगुरु जी का खालसा, वाहिगुरु जी की फतेह। सो ਆਪਾਂ ਅਧਿਆਤਮ ਪ੍ਰਕਾਸ਼ ਦੀ ਵਿਚਾਰ ਕਰ ਰਹੇ ਸਾਂ। ਸਿੱਖ ਨੇ ਕੱਲ੍ਹ ਪ੍ਰਸ਼ਨ ਕੀਤਾ ਸੀ, ਗੁਰੂ ਜੀ ਵੀ ਦੋ ਤਰ੍ਹਾਂ ਦੇ ਕਾਰਨ ਹੁੰਦੇ, ਇੱਕ ਉਪਾਦਾਨ ਕਾਰਨ, ਇੱਕ ਨਿਮਿਤ ਕਾਰਨ। ਜੋ ਕਾਰਜ ਵਿੱਚ ਬਦਲ ਜਾਵੇ ਉਹ ਉਪਾਦਾਨ ਕਾਰਜ ਹੁੰਦਾ ਹੈ, ਕਾਰਨ ਹੁੰਦਾ ਹੈ। ਤੇ ਆਪ ਜੀ ਦੱਸੋ ਵੀ ਜੋ ਉਹ ਅਬਿਨਾਸੀ ਅਨਿਤ ਬ੍ਰਹਮ ਪਰਮੇਸ਼ਰ ਹੈ, ਬ੍ਰਹਮ ਵਿਆਪਕ, ਉਹ ਇਹਨਾਂ ਦੋਵਾਂ ਕਾਰਨਾਂ ਵਿੱਚੋਂ ਕਿਹੜਾ ਕਾਰਨ ਹੈ ਸੰਸਾਰ ਦਾ? ਤਾਂ ਗੁਰੂ ਜੀ ਨੇ ਕਿਹਾ ਕਿ ਦੇਖ ਸਿੱਖ, ਤੂੰ ਦੋਵੇਂ ਤਰੀਕਾਂ, ਦੋਵੇਂ ਪ੍ਰਕਾਰ ਦਾ ਜਿਹੜਾ ਕਾਰਨ ਆ ਉਪਾਦਾਨ ਨਿਮਿਤ ਕਾਰਨ ਬ੍ਰਹਮ ਨੂੰ ਹੀ ਜਾਣ ਲਾ। ਪਹਿਲਾਂ ਤੈਨੂੰ ਉਪਾਦਾਨ ਕਾਰਨ ਕਹਿੰਦੇ ਆ। ਫਿਰ ਉਹ ਕਬੀਰ ਦੇ ਰਾਹੀਂ ਕਿਹਾ ਸੀ ਵੀ ਮਿੱਟੀ ਦਾ ਜਿਹੜਾ ਘੜਾ ਆ, ਲੱਕੜ ਦਾ ਮਕਾਨ ਆ, ਉਪਾਦਾਨ ਕਾਰਨ। ਇਹਦੀ ਵਿਚਾਰ ਆਪਾਂ ਕੱਲ੍ਹ ਖੋਲ ਕੇ ਕੀਤੀ ਸੀ। ਅਖੀਰਲੀ ਪੰਕਤੀ ਵਿੱਚ ਲਿਖਿਆ ਸੀ ਵੀ ਬ੍ਰਹਮ ਕੋ ਜਗਤ ਕਹੇ ਆਪਾ ਬਿਨ ਜਾਣੇ ਤੇ, ਵੀ ਜਿੰਨਾ ਚਿਰ ਆਪਣੇ ਸਰੂਪ ਨੂੰ ਨਹੀਂ ਜਾਣਦੇ ਵੀ ਮੇਰਾ ਆਪਾ ਆਤਮਾ ਪਰਮਾਤਮਾ ਹੈ, ਆਪਣੇ ਆਪੇ ਵਿਆਪਕ ਨੂੰ ਨਾ ਜਾਣਨੇ ਕਰਕੇ, ਘਟ ਘਟ ਮੈਂ ਹਰਜੂ ਬਸੈ ਦੀ ਅਵਸਥਾ ਨਾ ਹੋਣੇ ਕਰਕੇ, ਇਹ ਜੀਵ ਜਿਹੜੇ ਆ ਜੋ ਇਸ ਜਗਤ ਸ੍ਰਿਸ਼ਟੀ ਬ੍ਰਹਮ ਪਰਮੇਸ਼ਰ ਦਾ ਰੂਪ ਹੈ ਉਹਨੂੰ ਜਗਤ ਕਹੀ ਜਾਂਦੇ। ਕਾਰਜ ਕਾਰ ਤੋਂ ਵੱਖਰਾ ਨਹੀਂ ਹੁੰਦਾ। ਇਸੇ ਤਰ੍ਹਾਂ ਜਗਤ ਬ੍ਰਹਮ ਦਾ ਕਾਰਜ ਹੈ, ਬ੍ਰਹਮ ਕਾਰਨ ਹੈ, ਜਗਤ ਕਾਰਜ ਹੈ। ਸੋ ਬ੍ਰਹਮ ਦਾ ਹੀ ਰੂਪ ਹੈ, ਪਰ ਆਪਣੇ ਸਹਿ ਸਰੂਪ ਦੀ ਲਖਤਾ ਤੋਂ ਬਿਨਾਂ, ਆਪੇ ਨੇ ਸਰੂਪ ਨੂੰ ਜਾਣੇ ਤੋਂ ਬਿਨਾਂ, ਜਿਹੜਾ ਬ੍ਰਹਮ ਨੂੰ ਹੀ ਜਗਤ ਕਹੀ ਜਾਂਦੇ। ਜਦੋਂ ਗਿਆਨ ਹੋ ਜਾਂਦਾ ਉਦੋਂ ਪਤਾ ਲੱਗ ਜਾਂਦਾ ਕਿ ਜਗ ਰਚਨਾ ਸਭ ਝੂਠ ਹੈ, ਜਾਨ ਲੇਹੋ ਰੇ ਮੀਤ, ਵੀ ਇਹ ਜੋ ਜਗਤ ਹੈ ਇਹ ਤੇ ਜਗਤ ਨਹੀਂ ਹੈ, ਝੂਠੀ ਰਚਨਾ ਦਿਖ ਰਹੀ, ਅਸਲ ਵਿੱਚ ਹੈ ਸਾਰਾ ਬ੍ਰਹਮ। ਪਰ ਜਗਤ ਨੂੰ ਹੀ ਬ੍ਰਹਮ ਕਹੀ ਜਾਂਦੇ ਆ। ਬ੍ਰਹਮ ਨੂੰ ਜਿਹੜਾ ਹੈ ਕੁਝ ਸੰਸਾਰ ਕਹੀ ਜਾਂਦੇ, ਇਹ ਹੈ ਤੇ ਬ੍ਰਹਮ ਆ ਸਾਰਾ ਹੀ, ਪਰ ਇਹਨੂੰ ਸੰਸਾਰ ਕਹੀ ਜਾਂਦੇ ਆ ਆਪਣੇ ਸਰੂਪ ਦੀ ਲਖਤਾ ਤੋਂ ਬਿਨਾਂ। ਸਰਬ ਨਿਰੰਤਰ ਏਕੋ ਸੋਏ ਹੈ ਤੇ ਸਰਬ ਮਹਿ ਜੋਤ ਜੋਤ ਹੈ ਸੋਏ। ਇਹ ਰਚਨਾ ਝੂਠੀ ਨੂੰ ਦੇਖ ਕੇ ਕਹਿੰਦੇ ਨਹੀਂ ਇਹ ਸੰਸਾਰ ਹੈ, ਬ੍ਰਹਮ ਵੱਖਰਾ ਹੈ, ਪਰ ਹੈ ਇਹ ਜਿਹੜਾ ਜਗਤ ਬ੍ਰਹਮ ਦਾ ਹੀ ਰੂਪ। ਆਪਣੇ ਸਰੂਪ ਦੀ ਲਖਤਾ ਨਾ ਹੋਣੇ ਕਰਕੇ ਉਹ ਗਿਆਤ ਵਿੱਚ ਨਹੀਂ ਪੈ ਰਿਹਾ। ਸੋ ਅੱਗੇ ਹੋਰ ਇਹਦਾ ਖੁਲਾਸਾ ਕਰਨ ਵਾਸਤੇ ਕਿ ਜਿਵੇਂ ਆਪਣੇ ਸਰੂਪ ਨੂੰ ਨਹੀਂ ਜਾਣਿਆ ਤੇ ਬ੍ਰਹਮ ਨੂੰ ਹੀ, ਇਹ ਬ੍ਰਹਮ ਰੂਪ ਸੰਸਾਰ ਨੂੰ ਹੀ ਜਗਤ ਕਹੀ ਜਾਂਦੇ, ਵੱਖਰਾ ਮੰਨੀ ਜਾਂਦੇ ਆ। ਅਸਲ ਵਿੱਚ ਇਹ ਹੈ ਭਰਮ ਦਾ ਭੁਲੇਖਾ। ਜੋ ਬ੍ਰਹਮ ਚੇਤਨ ਆ ਉਹਦੇ ਵਿੱਚ ਇਹ ਸੰਸਾਰ ਦਾ ਝੂਠਾ ਭਰਮ ਇਹ ਜੀਵਾਂ ਨੂੰ ਪੈ ਰਿਹਾ। ਵੱਖੋ ਵੱਖਰੇ ਪ੍ਰਮਾਣਾਂ ਦੇ ਰਾਹੀਂ ਸਿੱਖਿਆ ਦੇਣਗੇ ਕਿ ਜਿਵੇਂ ਵੇਖੋ ਸਿੱਪੀ ਵਿੱਚ ਚਾਂਦੀ, ਹੋਰ ਰੇਤਾ ਵਿੱਚ ਪਾਣੀ ਪ੍ਰਤੀਤ ਹੁੰਦਾ, ਅਸਲ ਵਿੱਚ ਹੁੰਦਾ ਨਹੀਂ ਨਾ ਉਹ। ਇਸੇ ਤਰ੍ਹਾਂ ਸੰਸਾਰ ਵਿੱਚ ਜਗਤ ਦਾ ਜਿਹੜਾ ਭਰਮ ਆ ਉਹ ਇੱਕ ਭੁਲੇਖਾ ਹੀ ਪੈ ਰਿਹਾ ਹੈ। ਬ੍ਰਹਮ ਵਿੱਚ ਜਿਹੜਾ ਸੰਸਾਰ ਦਾ ਭਰਮ ਭੁਲੇਖਾ ਹੀ ਹੈ। ਭੁਲੇਖੇ ਦੇ ਰਾਹੀਂ ਹੁਣ ਦੱਸਣਗੇ ਵੀ ਭੁਲੇਖਾ ਕੀ, ਭਰਮ ਕੀ ਹੈ। ਜੇ ਭਗਤ ਜੀ ਕਹਿੰਦੇ
कि माधवे क्या कहिए भ्रम कैसा, जैसा मानिए होए ना तैसा। ਉਹ ਗੁਰਬਾਣੀ ਵਿੱਚ ਭਗਤ ਮਹਾਰਾਜ ਦੇ ਬਚਨ ਆਉਂਦੇ ਆ, ਐਸਾ ਮਾਨੀਏ ਨਾ ਹੋਏ ਨਾ ਤੈਸਾ। ਭਰਮ ਦੀ ਪਰਿਭਾਸ਼ਾ ਮਨ ਨੂੰ ਦੱਸੀ ਹੈ ਭਗਤ ਰਵਿਦਾਸ ਜੀ ਨੇ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਵੀ ਇਹ ਮਾਇਆ ਦੇ ਪਤੀ ਕੀ ਕਹੀਏ ਕਿ ਭਰਮ ਐਸਾ ਵਾ, ਭਰਮ ਇਹੋ ਜਿਹਾ ਵਾ ਵੀ ਜੈਸਾ ਮਾਨੀ, ਜਿਹੋ ਜਿਹਾ ਮੰਨੀਏ ਤਾਂ ਉਹੋ ਜਿਹਾ ਹੁੰਦਾ ਨਹੀਂ। ਜੋ ਹੋਵੇ ਨਾ ਜਿਹੋ ਜਿਹਾ ਮੰਨ ਰਹੇ ਆ ਤੇ ਉਹ ਹੋਵੇ ਨਾ, ਉਹਨੂੰ ਭਰਮ ਕਿਹਾ ਜਾਂਦਾ। ਹੁਣ ਬ੍ਰਹਮ ਚੇਤਨ ਦੇ ਵਿੱਚ ਸੰਸਾਰ ਦਾ ਭਰਮ ਆ, ਸੰਸਾਰ ਇਹ ਪ੍ਰਤੀਤ ਹੋ ਰਿਹਾ ਵਾ, ਭਾਸ ਰਿਹਾ ਵਾ, ਇਹ ਸਾਰਾ ਕੀ ਭਰਮ ਦਾ ਵਿਸ਼ਾ ਹੀ ਹੈ। ਹੁਣ ਵੱਖੋ ਵੱਖਰੇ ਪ੍ਰਮਾਣ ਦੇ ਰਾਹੀਂ ਦੱਸਣਗੇ। ਭਰਮ ਹੁੰਦਾ ਹੀ ਇਹ ਹੈ, ਜਿਸ ਤਰ੍ਹਾਂ ਸਾਨੂੰ ਕੋਈ ਮੋਹ ਪ੍ਰੇਮ ਤੇ ਨਾ ਕਰੇ ਨਾ ਤੇ ਆਪਾਂ ਕਹੀ ਜਾਈਏ ਨਹੀਂ ਉਹ ਤੇ ਮੇਰੇ ਤੋਂ ਜਾਣ ਵਾਰ ਨੂੰ ਫਿਰਦਾ, ਪਰ ਉਹਦੇ ਅੰਦਰ ਕੁਝ ਵੀ ਨਹੀਂ ਹੈ। ਉਹ ਹੋ ਗਈ ਨਾ ਗੱਲ, ਜੈਸਾ ਮਾਨੀਏ। ਅਸੀਂ ਕੀ ਮੰਨਣ ਦੇ ਵੀ ਬੜਾ ਪ੍ਰੇਮ ਹੈ ਉਹਦਾ ਤੇ ਹੋਏ ਨਾ ਤੈਸਾ, ਉਹ ਗੱਲ ਹੁੰਦੀ ਨਹੀਂ, ਉਹਨੂੰ ਭਰਮ ਕਿਹਾ ਜਾਂਦਾ। ਹੁਣ ਅਸੀਂ ਸੰਸਾਰ ਨੂੰ ਸੱਤ ਕਰਕੇ ਮੰਨਿਆ, ਪਰ ਇਹ ਜੈਸਾ ਮੰਨਣ ਦੇ ਇਹੋ ਜਿਹਾ ਤਾਂ ਹੈ ਨਹੀਂ, ਸੱਤ ਦੇ ਹੈ ਨਹੀਂ। ਤੇ ਇਹ ਜੜ ਸੰਸਾਰ ਬ੍ਰਹਮ ਤੋਂ ਪੈਦਾ ਹੋਇਆ ਵਾ, ਤੇ ਪਰ ਅਸੀਂ ਸੰਸਾਰ ਨੂੰ ਸਭ ਕੁਝ ਮੰਨੀ ਬੈਠੇ ਹਾਂ, ਬ੍ਰਹਮ ਨੂੰ ਜਾਣ ਨਹੀਂ ਰਹੇ। ਉਹ ਬ੍ਰਹਮ ਚੇਤਨ ਵਿੱਚ ਇਹ ਸੰਸਾਰ ਦਾ ਭੁਲੇਖਾ ਇੱਕ ਪੈ ਰਿਹਾ। ਇਹ ਦ੍ਰਿਸ਼ਟਾਂਤ ਅੱਜ ਆ ਰਹੇ ਆ, ਉਹ ਆਪਾਂ ਪੜ੍ਹੀਏ ਜੀ। ਕਬਿਤ ਗੰਧਰਵ ਨਗਰ ਜੈਸੇ ਬਾਦਰ ਮੈਂ ਦੇਖੀਅਤ। ਇਹ ਸਿੱਖ ਸੁਣ, ਜੈਸੇ ਜਿਸ ਪ੍ਰਕਾਰ ਬਾਦਰ ਮੈਂ ਕਹੀਏ ਬੱਦਲਾਂ ਦੇ ਵਿੱਚ ਗੰਧਰਵ ਨਗਰੀ, ਦੇਵਤਿਆਂ ਦੇ ਰਾਗੀਆਂ ਦੀ ਜਿਹੜੀ ਨਗਰੀ ਹੈ, ਗੰਧਰਵ ਨਗਰੀ ਭਾਵ ਆਕਾਸ਼ ਵਿੱਚ ਬਣੇ ਜਿਹੜੇ ਨਾ ਧੂਏ ਦੇ ਪਹਾੜ। ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ, ਗੁਰਬਾਣੀ ਚ ਹਰ ਚੰਦੌਰੀ ਗੰਧਰਵ ਨਗਰੀ ਕਹੀਏ। ਹਰ ਜਿਹੜਾ ਹਰੀ ਚੰਦ ਦੀ ਨਗਰੀ ਦੇਖੀਏ ਤਾਂ ਕਹੀਏ ਦੇਖੀ ਦੀ ਹੈ, ਭਾਵ ਝੂਠੀ ਪ੍ਰਤੀਤ ਹੁੰਦੀ ਹੈ, ਅਸਲ ਵਿੱਚ ਉਹ ਕਲਪਿਤਿਆ ਹੈ ਨਹੀਂ ਕੋਈ। ਗੰਧਰਵ ਨਗਰ ਜੈਸੇ ਬਾਦਰ ਮੈਂ ਦੇਖੀਅਤ, ਬੱਦਲਾਂ ਵਿੱਚ ਜਿਹੜੇ ਗੰਧਰਵ ਨਗਰੀ ਭਾਵ ਆਕਾਸ਼ ਦੇ ਵਿੱਚ ਬਣੇ ਹੋਏ ਜਿਹੜੇ ਆ ਬੱਦਲ ਹੈ ਨਾ ਧੂਏ ਦੇ ਪਹਾੜ ਜੇ, ਜਿਵੇਂ ਉਸ ਵੇਖੀ ਦੇ ਆਖੀਦਾ ਗੰਧਰਵ ਨਗਰੀ ਹਰੀ ਚੰਦ ਦੀ ਨਗਰੀ, ਤੇ ਪਰ ਹੈ ਕੋਈ ਨਹੀਂ, ਝੂਠੀ ਪ੍ਰਤੀਤ ਹੁੰਦੀ ਹੈ ਤਾਂ ਉਹ ਤੇ ਧੂਆਂ ਹੀ ਹੈ, ਨਗਰੀ ਥੋੜੀ ਕੋਈ। ਨੀਲਤਾ ਆਕਾਸ਼ ਮਾਝ ਖਾਲੀ ਕੋ ਧਰਮ ਹੈ, ਅਤੇ ਜਿਸ ਪ੍ਰਕਾਰ ਆਕਾਸ਼ ਮਾਝ ਕਹੀਏ, ਆਕਾਸ਼ ਦੇ ਵਿੱਚ ਨੀਲਤਾ ਨੀਲਾਪਣ, ਉਸ ਦੇ ਕੀ ਆ ਖਾਲੀ ਕੋ ਧਰਮ ਹੈ, ਖਾਲੀਪਣ ਦੇ ਧਰਮ ਕਰਕੇ ਪ੍ਰਤੀਤ ਹੋ ਰਿਹਾ ਕਿ ਨੀਲਾਪਣ। ਆਕਾਸ਼ ਨੀਲਾ ਨਹੀਂ ਆ, ਇਹ ਕੀ ਆ ਆਕਾਸ਼ ਵਿੱਚ ਜਿਹੜਾ ਖਾਲੀ ਪਾਣੀ ਆ ਨਾ, ਆਕਾਸ਼ ਦਾ ਹੁਣ ਖਾਲੀ ਪਾਣੀ ਹੈ ਨਾ, ਖਾਲੀ ਨੂੰ ਹੀ ਆਕਾਸ਼ ਕਹਿੰਦੇ ਆ। ਉਹਦੇ ਖਾਲੀ ਪਾਉਣ ਦੇ ਧਰਮ ਕਰਕੇ ਇਹ ਜਿਹੜਾ ਹੈ ਨੀਲਤਾ ਨੀਲਾਪਣ ਦਿਖ ਰਿਹਾ। ਅਸਲ ਵਿੱਚ ਤੁਸੀਂ ਜਹਾਜ਼ ਉਡਾਈ ਜਾਓ ਜਿਉਂ ਜਿਉਂ ਉੱਚੇ ਜਾਈ ਜਾਓਗੇ ਨੀਲਾ ਰੰਗ ਨਹੀਂ ਆ ਸਕਦਾ। ਹੁਣ ਖਾਲੀ ਥਾਂ ਥੱਲੇ ਨੀਲਾ ਥੋੜੀ ਦਿਖਦਾ, ਉੱਪਰ ਕੋਈ ਹੈ ਨਹੀਂ ਆ ਬਣਤਰ ਰਚਨਾ ਨਹੀਂ, ਜਿਸ ਕਰਕੇ ਖਾਲੀ ਥਾਂ ਦੇ ਵਿੱਚ ਉਹਦਾ ਖਾਲੀ ਜਿਹੜਾ ਪਣ ਦਾ ਧਰਮ ਨਾ ਆਕਾਸ਼ ਦਾ, ਉਹਦੇ ਵਿੱਚ ਨੀਲਤਾ ਨੀਲਾਪਣ ਪ੍ਰਤੀਤ ਹੋਣ ਡਿਆ। ਅਸਲ ਵਿੱਚ ਆਕਾਸ਼ ਨੀਲਾ ਨਹੀਂ ਹੈ। ਜੈਸੇ ਸੂਖੋ ਰੂਖ ਆਗੇ ਪੁਰਖ ਸੋ ਨਿਸ ਲਾਗੇ, ਫਿਰ ਜਿਸ ਪ੍ਰਕਾਰ ਸੂਖੋ ਕਹੀਏ ਸੂਖੋ ਰੂਖ, ਸੁੱਕੇ ਸੁੱਕਾ ਤੇ ਕੱਟਿਆ ਹੋਇਆ ਜਿਹੜਾ ਰੁੱਖ ਦਾ ਤਣਾ ਆ, ਉਹਦੇ ਵਿੱਚੋਂ ਨਿਸ ਕਹੀਏ ਰਾਤ ਦੇ ਹਨੇਰੇ ਵਿੱਚ ਕੋਈ ਪੁਰਖ ਖਲੋਤਾ ਹੋਇਆ ਪ੍ਰਤੀਤ ਹੁੰਦਾ ਹੈ। ਜੈਸੇ ਸੂਖੋ ਰੂਖ ਆਗੇ ਪੁਰਖ ਸੋ ਨਿਸ ਲਾਗੇ, ਜਿਸ ਤਰ੍ਹਾਂ ਕਹਿੰਦੇ ਵੀ ਕੋਈ ਸੁੱਖਾ ਜਿਹਾ ਰੁੱਖ ਹੋਵੇ
ਤੇ ਉਹ ਨਿਸ ਰਾਤ ਨੂੰ ਉਹ ਪੁਰਖ ਸਮਾਨ ਲੱਗਦਾ। ਔਰ ਦੂਰੋਂ ਜਦੋਂ ਬੰਦੇ ਦੀ ਬੰਦੇ ਇੱਕ ਹਾਈਟ ਦਾ ਹੋਵੇ ਰੁੱਖ ਜਾ ਨਾ, ਤੇ ਉਹ ਕੱਟਿਆ ਹੁੰਦਾ, ਮੋਸ਼ੇ ਵੱਢ ਜਾ ਹੋਇਆ ਹੋਵੇ, ਤੇ ਦੂਰੋਂ ਰਾਤ ਬੜੀ ਹਨੇਰਾ ਪਿਆ ਹੋਵੇ, ਤੇ ਐਂ ਲੱਗਦਾ ਜਿਵੇਂ ਇੱਕ ਬੰਦਾ ਖੜਾ ਹੈ। ਜੇਵਰੀ ਅੰਧੇਰੇ ਮਾਂਝ ਸਾਂਪ ਜੋ ਮਰਮ ਹੈ। ਫਿਰ ਜਿਸ ਪ੍ਰਕਾਰ ਅੰਧੇਰੇ ਮਾਂਝ ਕਹੀਏ, ਹਨੇਰੇ ਵਿੱਚ ਪਾਈ ਹੋਈ ਜਿਹੜੀ ਜੇਵਰੀ ਰੱਸੀ ਆ, ਉਹ ਰੱਸੀ ਦੇ ਜਿਹੜਾ ਨਾ ਮਾਂਝ ਕਹੀਏ ਵਿੱਚ ਸੱਪ ਦਾ ਜਿਹੜਾ ਮਰਮ ਕਹੀਏ, ਭੇਦ ਹੈ ਨਾ, ਉਹ ਪ੍ਰਤੀਤ ਹੁੰਦਾ। ਭਾਵ ਜਿਹੜੀ ਹਨੇਰੇ ਵਿੱਚ ਰੱਸੀ ਪਈ ਹੁੰਦੀ ਆ, ਤੇ ਉਹ ਰੱਸੀ ਵਿੱਚ ਕੀ ਸੱਪ ਦਾ ਭੇਦ ਪ੍ਰਤੀਤ ਹੁੰਦਾ ਵੀ ਸੱਪ ਪਿਆ। ਇੱਥੇ ਮਰਮ ਦੀ ਥਾਂ ਪਾਠ ਦੂਸਰਾ ਨਰਮਵੀਂ ਪਾਠ ਹੈ। ਜੇ ਨਰਮ ਪਾਠ ਹੋਵੇ, ਆਮ ਪੋਥੀਆਂ 'ਚ ਨਰਮ ਪਾਠ ਛਪਿਆ, ਪਰ ਮਰਮ ਪਾਠ ਜਿਹੜਾ ਹੈ ਉਹ ਮੁੱਖਿਆ, ਤੇ ਨਰਮ ਪਾਠ ਦੂਸਰਾ ਲਾ ਲਓ। ਜੇ ਦੂਸਰਾ ਪਾਠ ਹੋਵੇ ਵੀ ਜੇਵਰੀ ਅੰਧੇਰੇ ਮਾਂਝ ਸਾਪ ਜੋ ਨਰਮ ਹੈ, ਹਨੇਰੇ ਵਿੱਚ ਪਈ ਹੋਈ ਰੱਸੀ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਜਿਵੇਂ ਸੱਪ ਕੋਈ ਨਰਮ ਜਿਹਾ ਹੁੰਦਾ, ਇਵੇਂ ਪ੍ਰਤੀਤ ਹੁੰਦਾ। ਭਾਵ ਉਹ ਹਨੇਰੇ 'ਚ ਬੜੀ ਰੱਸੀ ਪਈ ਨੂੰ ਪੈਰ ਲੱਗ ਜੇ, ਉਹ ਨਰਮ ਜਿਹੀ ਹੁੰਦੀ ਨਾ, ਤੇ ਸੱਪ ਵਾਂਗ ਲੱਗਦੀ। ਅਸਲ ਵਿੱਚ ਹੈ ਉਹ ਰੱਸੀ, ਪਰ ਕੀ ਸੱਪ ਪ੍ਰਤੀਤ ਹੁੰਦੀ। ਕਾਹਦੇ ਕਰਕੇ? ਹਨੇਰੇ ਕਰਕੇ ਸੁੱਕਿਆ ਜਿਹੜਾ ਰੁੱਖ ਵੱਢਿਆ ਹੋਇਆ, ਕੱਟਿਆ ਹੋਇਆ, ਉਹ ਪੁੱਛਦੀ ਨਹੀਂ ਲੱਗਦਾ। ਖਾਲੀਪਣ ਦੇ ਧਰਮ ਕਰਕੇ ਆਕਾਸ਼ ਜਿਹੜਾ ਖਾਲੀ ਹੈ ਸਾਰਾ, ਜਿੱਥੇ ਕੋਈ ਰੰਗ ਨੀਲਾ ਨਹੀਂ, ਪਰ ਨੀਲਾ ਲੱਗਦਾ। ਤੇ ਬੱਦਲਾਂ ਵਿੱਚ ਜਿਹੜੇ ਧੂਏਂ ਦੇ ਪਹਾੜ ਆ, ਉਹ ਗੰਧਰਵ ਨਗਰੀ ਲੱਗਦੀ, ਦੇਖੀ ਜਾਂਦੀ। ਕਾਹੈ ਸੁਖਦੇਵ ਜੈਸੇ ਹੀਰਾ ਕੋ ਫਟਕ ਜਾਣ। ਸੁਖਦੇਵ ਨਿਰਮਲੇ ਸੰਤ ਮਹਾਂਪੁਰਸ਼ ਕਹਿੰਦੇ ਆ, ਜੈਸੇ ਜਿਸ ਪ੍ਰਕਾਰ ਕੋਈ ਮਨੁੱਖ ਹੀਰੇ ਨੂੰ ਫਟਕ ਕਹੀਏ, ਬਲੌਰ ਕੱਚ ਚਿੱਟਾ, ਕੱਚ ਜਿਹੜਾ ਜਾਣੇ ਜਾਣਦਾ ਹੈ, ਜਿਹੜਾ ਨਹੀਂ ਪਾਰਖੂ। ਹੀਰੇ ਨੂੰ ਕੀ ਜਾਣਦਾ ਹੈ? ਕੱਚ ਜਾਣੀ ਜਾਂਦਾ ਹੈ। ਲਾਲ ਕੋ ਅੰਗਾਰ ਮਾਨੇ ਲਾਗਤ ਗਰਮ ਹੈ। ਫਿਰ ਜਿਹੜੇ ਲਾਲ ਸੁਰਖ ਰੰਗ ਹੋਵੇ ਨਾ, ਲਾਲ ਸੁਰਖ ਰੰਗ, ਉਹ ਲਾਲ ਰੰਗ ਨੂੰ ਜਦੋਂ ਦੂਰ ਕਿਤੇ ਲਾਲ ਰੰਗ ਪਿਆ ਹੋਵੇ, ਤੇ ਐਵੇਂ ਲੱਗਦਾ ਜਿਵੇਂ ਅੰਗਾਰ ਹੁੰਦੇ ਅੱਗ ਦੇ ਅੰਗਾਰ ਮੰਨੀ ਜਾਂਦਾ ਅਗਿਆਨੀ, ਦੂਰ ਦ੍ਰਿਸ਼ਟੀ ਕਰਕੇ। ਲਾਗਤ ਗਰਮ ਹੈ, ਤੇ ਦੂਰੋਂ ਐਂ ਲੱਗਦਾ ਜਿਵੇਂ ਬੜੇ ਉਹ ਗਰਮ ਹੁੰਦੇ। ਅਸਲ ਵਿੱਚ ਉਹ ਤੇ ਲਾਲ ਰੰਗ ਹੀ ਹੈ, ਪਰ ਉਹ ਅੰਗਾਰ ਮੰਨ ਕੇ ਤੇ ਲੱਗਦੇ ਵੀ ਬੜੇ ਗਰਮ ਪ੍ਰਤੀਤ ਹੁੰਦੇ। ਉਹ ਅਸਲ ਵਿੱਚ ਉਹਦੇ ਲਾਲ ਰੰਗ ਹੀ, ਨਾ ਤੇ ਗਰਮ ਹੈ ਤੇ ਨਾ ਅੰਗਾਰ ਹੀ, ਪਰ ਭੁਲੇਖੇ ਕਰਕੇ ਪ੍ਰਤੀਤ ਹੋ ਰਿਹਾ। ਰੂਪੋ ਸੀਪ ਸਵੇਤਨ ਮੈਂ ਨੀਰ ਲਖੈ ਰੇਤਨ ਮੈਂ। ਰੂਪੋ ਸੀਪ ਸਵੇਤਨ ਮੈਂ। ਫਿਰ ਜਿਵੇਂ ਸਵੇਤਨ ਕਹੀਏ, ਚਿੱਟੀ ਜਿਹੜੀ ਸੀਪੀ ਆ, ਉਹ ਸੀਪੀ ਦੇ ਵਿੱਚ ਰੂਪ ਦੂਰੋਂ ਚਾਂਦੀ ਪ੍ਰਤੀਤ ਹੁੰਦੀ। ਚਿੱਟੀ ਸੀਪੀ ਪਈ ਹੁੰਦੀ, ਉਹ ਚਮਕਦੀ ਐਵੇਂ ਜਿਵੇਂ ਚਾਂਦੀ ਆ, ਤੇ ਚਾਂਦੀ ਪ੍ਰਤੀਤ ਹੁੰਦੀ ਆ। ਅਸਲ ਵਿੱਚ ਹੈ ਤੇ ਸੀਪੀ, ਭੁਲੇਖੇ ਕਰਕੇ ਚਾਂਦੀ ਪ੍ਰਤੀਤ ਹੋ ਰਹੀ। ਨੀਰ ਲਖੈ ਰੇਤਨ ਮੈਂ, ਜਿਵੇਂ ਨੀਰ ਲਖੈ ਪਾਣੀ ਜਾਣਦਾ, ਰੇਤਾ ਦੇ ਜਿਹੜੇ ਕਿਣਕੇ ਆ ਨਾ, ਰੇਤਾ ਦੇ ਕਿਣਕਿਆਂ ਵਿੱਚੋਂ ਪਾਣੀ ਜਾਂਦਾ। ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਨਾ, ਉਹ ਰੌਸ਼ਨੀ ਪੈਣ ਨਾਲ ਰੇਤ ਦੇ ਕਿਣਕੇ ਬੜੇ ਚਮਕਦੇ ਆ, ਤੇ ਦੂਰੋਂ ਵੇਖਣ 'ਚ ਇਵੇਂ ਲੱਗਦਾ ਜਿਵੇਂ ਪਾਣੀ ਹੁੰਦਾ, ਪਾਣੀ ਵਾਂਗ ਪ੍ਰਤੀਤ ਹੁੰਦੇ ਆ, ਪਰ ਅਸਲ ਵਿੱਚ ਉਹ ਪਾਣੀ ਨਹੀਂ ਹੁੰਦਾ, ਰੇਤਾ ਹੀ ਹੁੰਦੀ ਹੈ। ਸੂਰਜ ਦੀ ਤਪਸ਼ ਕਰਕੇ ਉਹ ਪਾਣੀ ਪ੍ਰਤੀਤ ਹੋ ਰਿਹਾ, ਭੁਲੇਖਾ ਹੀ। ਐਸੋ ਬ੍ਰਹਮ ਚੇਤਨ ਮੈਂ ਜਗ ਕੋ ਭਰਮ ਹੈ। ਬਸ ਸਿੱਖ ਇਸੇ ਤਰ੍ਹਾਂ ਪ੍ਰਮਾਣ ਤੈਨੂੰ ਦੇਤੇ ਕਿਨੇ। ਜਿਵੇਂ ਇਹ ਚੀਜ਼ਾਂ ਹੁੰਦੀਆਂ ਨਹੀਂ ਹੈ, ਅਗਿਆਨੀ ਸਮਝਦਾ, ਉਹ ਚਾਹੇ ਅਗਿਆਨ ਹੀ ਹੈ ਨਾ, ਅਗਿਆਨ ਕਰਕੇ ਹਨੇਰੇ ਕਰਕੇ ਸੱਪ ਦਿਖੀ ਜਾਂਦਾ ਹਨੇਰੇ ਵਿੱਚ, ਤੇ ਹਨੇਰੇ ਕਰਕੇ ਗਿਆਨ ਨਹੀਂ, ਅਗਿਆਨ ਕਰਕੇ ਸੁੱਕਾ ਰੁੱਖ ਕੱਟਿਆ ਹੋਇਆ ਪੁਰਸ਼ ਲੱਗੀ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨ ਕਰਕੇ ਖਾਲੀ ਆਕਾਸ਼ ਦੇ ਵਿੱਚ ਨੀਲਾਪਣ ਦਿਸੀ ਜਾਂਦਾ ਹੈ।
ਬੱਦਲਾਂ ਦੇ ਵਿੱਚ ਜਿਹੜੇ ਧੂਏ ਦੇ ਪਹਾੜ ਆ ਉਹ ਗੰਧਰਵ ਨਗਰੀ ਲੱਗੀ ਜਾਂਦੀ। ਫਿਰ ਜਿਹੜਾ ਅਗਿਆਨੀ ਆ ਉਹ ਹੀਰੇ ਦੀ ਪਛਾਣ ਤੋਂ ਬਿਨਾਂ ਨੂੰ ਕੱਚ ਦਾ ਬਲੌਰ ਕੱਚ ਚਿੱਟਾ ਕੱਚ ਸਮਝੀ ਜਾਂਦਾ ਹੈ। ਲਾਲ ਰੰਗ ਨੂੰ ਦੂਰੋਂ ਵੀ ਵੇਖਿਆ ਨਹੀਂ ਉਹ ਵੀ ਅਗਿਆਨ ਹੀ ਹੈ। ਦੂਰ ਦੀ ਦ੍ਰਿਸ਼ਟੀ ਨਾਲ ਹੀ ਅੰਗਾਰ ਮੰਨੀ ਜਾਂਦਾ, ਕਹਿੰਦਾ ਵੀ ਲੱਗਦੇ ਗਰਮ ਬਹੁਤ ਹੋਣਗੇ। ਇਸੇ ਤਰ੍ਹਾਂ ਪੂਰਾ ਗਿਆਨ ਨਾ ਹੋਣੇ ਕਰਕੇ ਅਗਿਆਨ ਕਰਕੇ ਹੀ ਚਿੱਟੀ ਸਿੱਪੀ ਵਿੱਚ ਚਾਂਦੀ ਦਿਖੀ ਜਾਂਦੀ ਹੈ, ਤੇ ਦੂਰ ਦ੍ਰਿਸ਼ਟੀ ਹੋਣੇ ਕਰਕੇ ਅਗਿਆਨ ਕਰਕੇ ਰੇਤਾ ਵਿੱਚ ਪਾਣੀ ਜਾਣੀ ਜਾਂਦਾ ਹੈ। ਅਸਲ ਵਿੱਚ ਉਹ ਪਾਣੀ ਨਹੀਂ। ਬਸ ਇਸੇ ਤਰ੍ਹਾਂ ਸਿੱਖ ਐਸੋ ਬ੍ਰਹਮ ਚੇਤਨ ਮੈਂ ਜਗ ਕੋ ਭਰਮ ਹੈ। ਇਸੇ ਪ੍ਰਕਾਰ ਹੀ ਜਿਹੜਾ ਚੇਤਨ ਬ੍ਰਹਮ ਆ ਉਹ ਚੇਤਨ ਬ੍ਰਹਮ ਦੇ ਵਿੱਚ ਸੰਸਾਰ ਦਾ ਭਰਮ ਪੈਣ ਡਿਆ ਹੈ। ਅਸਲ ਵਿੱਚ ਇਹ ਸੰਸਾਰ ਨਹੀਂ ਹੈ, ਇਹ ਜਗ ਕੋ ਭਰਮ ਹੈ। ਸੰਸਾਰ ਦਾ ਜਿਹੜਾ ਝੂਠਾ ਹੀ ਭਰਮ ਕਹੀਏ ਭੁਲੇਖਾ ਪੈ ਰਿਹਾ ਚੇਤਨ ਬ੍ਰਹਮ ਦੇ ਵਿੱਚ, ਤੇ ਇਹ ਕੀ ਆ ਸੰਸਾਰ ਪ੍ਰਤੀਤ ਹੋ ਰਿਹਾ, ਮਤਲਬ ਭੁਲੇਖਾ ਪੈ ਗਿਆ। ਬ੍ਰਹਮ ਚੇਤਨ ਹੀ ਇਕੱਲਾ ਹੈ ਪਰ ਉਹਦੇ ਵਿੱਚ ਸੰਸਾਰ ਦਾ ਭਰਮ ਪੈ ਰਿਹਾ। ਜਿਵੇਂ ਆ ਤੈਨੂੰ ਪ੍ਰਮਾਣ ਦਿੱਤੇ ਵੀ ਜਿਸ ਤਰ੍ਹਾਂ ਇਹ ਪ੍ਰਤੀਤ ਹੁੰਦੀਆਂ ਨਾ ਗੱਲਾਂ ਹੈਗੀਆਂ ਨਹੀਂ ਫਿਰ ਵੀ ਪ੍ਰਤੀਤ ਹੁੰਦੀਆਂ, ਇਸੇ ਤਰ੍ਹਾਂ ਸੰਸਾਰ ਜਗ ਰਚਨਾ ਝੂਠ ਹੈ ਨਹੀਂ ਹੈ, ਪ੍ਰਤੀਤ ਜ਼ਰੂਰ ਬ੍ਰਹਮ ਦੇ ਵਿੱਚ ਹੋ ਰਿਹਾ। ਜਿਵੇਂ ਅਗਿਆਨ ਕਰਕੇ ਇਹ ਚੀਜ਼ਾਂ ਦਾ ਗਿਆਨ ਨਹੀਂ ਹੈ ਤੇ ਉਹ ਲੱਗਦੇ ਪ੍ਰਤੀਤ ਹੁੰਦੇ ਆ, ਅਸਲ ਵਿੱਚ ਹੋਰ ਕੁਝ ਹੁੰਦਾ ਹੈ। ਇਸੇ ਤਰ੍ਹਾਂ ਹੀ ਬ੍ਰਹਮ ਚੇਤਨ ਦੇ ਵਿੱਚ ਅਗਿਆਨ ਕਰਕੇ ਗਿਆਨ ਸਰੂਪ ਦੀ ਲਗਤਾ ਨਾ ਹੋਣੇ ਕਰਕੇ ਜਗ ਦਾ ਭਰਮ ਭੁਲੇਖਾ ਹੀ ਪੈ ਰਿਹਾ ਹੈ। ਉਂਝ ਕੀ ਆ ਬ੍ਰਹਮ ਚੇਤਨ ਹੀ ਇਕੱਲਾ, ਸੰਸਾਰ ਸੰਸੂਰ ਕੋਈ ਨਹੀਂ ਹੈ। ਇਹਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਜਗ ਰਚਨਾ ਸਭ ਝੂਠ ਹੈ, ਤਾਂ ਹੀ ਮਹਾਰਾਜ ਜੀ ਨੇ ਕਿਹਾ ਹੈ, ਪਰ ਵੇਖਣ 'ਚ ਸੱਚ ਪ੍ਰਤੀਤ ਹੋ ਰਿਹਾ ਹੈ। ਕਬਿਤ ਚਸ਼ਮਾ ਕੇ ਦੀਏ ਜੈਸੇ ਛੋਟੋ ਹੀ ਵੱਡੋ ਸੋ ਲਾਗੇ। ਹੁਣ ਪਹਿਲਾਂ ਤੇ ਭਰਮ ਦੀ ਗੱਲ ਦੱਸੀ ਆ ਵੀ ਬ੍ਰਹਮ ਚੇਤਨ ਵਿੱਚ ਸੰਸਾਰ ਦਾ ਭੁਲੇਖਾ ਹੀ ਪੈ ਰਿਹਾ। ਜਿਵੇਂ ਆ ਉੱਪਰ ਪ੍ਰਮਾਣ ਦਿੱਤੇ ਆ ਵੀ ਹੁੰਦਾ ਕੁਝ ਲੱਗੀ ਕੁਝ ਜਾਂਦਾ, ਇਹ ਬ੍ਰਹਮ ਚੇਤਨ ਆ ਤੇ ਸਾਰਾ ਹੈ ਤੇ ਬ੍ਰਹਮ ਚੇਤਨ ਹੀ, ਪਰ ਲੱਗੀ ਕੀ ਵਿੱਚ ਜਾਂਦਾ ਸੰਸਾਰ ਦਾ ਭਰਮ ਪਈ ਜਾਂਦਾ। ਹੁਣ ਵੀ ਇਹ ਉਸ ਬ੍ਰਹਮ ਚੇਤਨ ਵਿੱਚ ਇਹ ਸੰਸਾਰ ਕਿਸ ਤਰ੍ਹਾਂ ਭਾਸ ਰਿਹਾ, ਕਿਵੇਂ ਪ੍ਰਤੀਤ, ਭਾਸ ਤੋਂ ਦਾ ਅਰਥ ਪ੍ਰਤੀਤ, ਕਿਵੇਂ ਪ੍ਰਤੀਤ ਹੋ ਰਿਹਾ ਬ੍ਰਹਮ ਚੇਤਨ 'ਚ, ਹੈ ਤੇ ਸਾਰਾ ਭੁਲੇਖਾ ਹੀ ਪਰ ਪ੍ਰਤੀਤ ਕਿਵੇਂ ਹੋ ਰਿਹਾ ਹੈ, ਭਾਸ਼ਣ ਕਿਵੇਂ ਡਿਆ ਹੈ, ਇਹ ਹੁਣ ਇਹਦਾ ਨਿਰਣਾ ਕਵਿਤ ਵਿੱਚ ਕਰਨਗੇ। ਕਹਿੰਦੇ ਚਸ਼ਮਾ ਕੇ ਦੀਏ ਜੈਸੇ ਛੋਟੋ ਹੀ ਵੱਡੋ ਸੋ ਲਾਗੇ। ਜੈਸੇ ਕਹੀਏ ਜਿਸ ਪ੍ਰਕਾਰ ਚਸ਼ਮਾ ਐਨਕ ਲਾ ਲਓ ਜਾਂ ਦੂਰਬੀਨ, ਐਨਕ ਵੀ ਦੂਰਬੀਨ ਹੁੰਦੀ ਹੈ ਨਾ ਕਿ ਦੂਰ ਦੀਆਂ ਚੀਜ਼ਾਂ ਨੇੜੇ ਵੇਖ ਲਈਦੀਆਂ, ਨੇੜੇ ਚੀਜ਼ਾਂ ਦੂਰ ਕਰ ਲਈਦੀਆਂ, ਜਿਹੋ ਜਿਹੀ ਨਿਗਾਹ ਘੱਟ ਵੱਧ ਹੋਵੇ ਉਹੋ ਜਿਹੀ ਐਨਕ ਲਵਾ ਲਈਦੀ ਨੰਬਰ। ਚਸ਼ਮਾ ਅਰਥ ਐਨਕ ਜਾਂ ਦੂਰਬੀਨ। ਜਿਸ ਪ੍ਰਕਾਰ ਦੂਰਬੀਨ ਦੇ ਇਹ ਦੀਏ ਕਹੀਏ ਦੇਣ ਨਾਲ, ਭਾਵ ਦੂਰਬੀਨ ਦੇ ਤੇ ਜਾਂ ਚਸ਼ਮੇ ਨੂੰ ਅੱਖਾਂ ਦੇ ਨਾਲ ਲਗਾ ਦੀਏ ਲਗਾਉਣ ਨਾਲ ਛੋਟੋ ਹੀ ਵੱਡੋ ਸੋ ਲਾਗੇ। ਜਿਹੜਾ ਛੋਟਾ ਪਦਾਰਥ ਆ ਉਹ ਵੱਡਾ ਲੱਗਦਾ ਹੈ। ਦੂਰਬੀਨ ਦੇ ਵਿੱਚ ਦੋ ਸ਼ੀਸ਼ੇ ਲੱਗੇ ਹੁੰਦੇ ਆ, ਇੱਕ ਦੂਰ ਦੀ ਨਿਗਾਹ ਵਾਲਾ, ਇੱਕ ਨੇੜੇ ਦੀ। ਉਹ ਜਿਹੜਾ ਨੇੜੇ ਦੀ ਨਿਗਾਹ ਵਾਲਾ ਦੂਰ ਦੀ ਪਈ ਜਿਹਨੂੰ ਲਾਗੇ ਕਰ ਦਿੰਦਾ ਤੇ ਉਹ ਵੱਡਾ ਲੱਗਦਾ ਹੈ। ਅਸਲ ਵਿੱਚ ਉਹ ਜਿੱਡਾ ਪਦਾਰਥ ਵੱਡਾ ਹੀ ਹੈ ਪਰ ਦੂਰਬੀਨ ਦੇ ਸ਼ੀਸ਼ੇ ਕਰਕੇ ਵੱਡਾ ਲੱਗਦਾ, ਭਾਸਣ ਲੱਗ ਪੈਂਦਾ, ਪ੍ਰਤੀਤ ਹੋਣ ਲੱਗ ਪੈਂਦਾ। ਦੂਰ ਤੇ ਨਿਹਾਰੇ ਵੱਡੋ ਛੋਟੋ ਸੋ ਲਗਤ ਹੈ। ਅਤੇ ਦੂਰ ਤੇ ਨਿਹਾਰੇ, ਦੂਰ ਤੋਂ ਨਿਹਾਰੇ ਕਹੀਏ ਦੇਖਣ ਨਾਲ, ਜੇ ਦੂਰੋਂ ਵੇਖੀਏ ਨਾ ਦੂਰ ਤੋਂ ਵੇਖਣ ਨਾਲ ਵੱਡੇ ਤੋਂ ਵੱਡਾ ਪਦਾਰਥ ਵੀ ਛੋਟੋ ਸੋ ਲੱਗਦਾ ਹੈ। ਛੋਟੇ ਜੇ ਸੋ ਕਹੀਏ ਸਮਾਨ ਲੱਗਦਾ ਹੈ, ਵੱਡੇ ਤੋਂ ਵੱਡਾ ਪਦਾਰਥ ਵੀ ਛੋਟਾ ਜਿਹਾ ਲੱਗਦਾ, ਭਾਵੇਂ ਵੱਡਾ ਹੋਵੇ ਛੋਟਾ ਲੱਗਦਾ। ਕਿੱਦਾਂ?
दूर ते निदे दूरों वेखिए तां। काच की तरन मांझ नीर जैसे देखियत। चश्मे के दिए भाव दूरबीन दे नखां दे विच दे लईए ते छोटा ही पदार्थ वड्डा लग पैंदा। ते जदों हुण इत्थे दूरबीन नहीं जां सीधा ही भी दूरों जदों वेखने कोई पदार्थ वो किड्डा वड्डा होवे ते छोटा जिहा लगदा। ये ते साडा अनुभव ऊंज ही आम ही है। काच की धरन मांझ नीर जैसे देखियत। फिर जैसे कहिए जिस प्रकार ये जग विच बनाई हुई पांडवां दी काच की धरन, काच की कहिए काच की जिहड़ी बनाई हुई सी ना धरन, धरती जमीन ते ओ मांझ वो धरती जमीन विच नीर पानी जिहड़ा देखिए ते दिसदा प्रतीत हुंदा सी। जदों दुर्योधन होणां नूं बुलाया गए ते उत्थे इवें सी जिथे दरवाजे लगदे आ उत्थे कंधां सी, जिथे कंधां सी दरवाजे सी, पर कंधां विच वजदे फिर दरवाजे समझ के ते जिथे दरवाजे उत्थे कंधां समझी जाण। इस तरह हो रहा सी। जिथे मारूथाल उत्थे पानी वाला स्थान सी, जिथे पानी वाला थां उत्थे मारू वाला थां सी, मारूथाल वाला। ते जिहड़ी आ हुण इत्थे उही आ रहा भी कांच की धरन मांझ नीर जैसे देखिए। जिस तरह दुर्योधन होने काच की धरती विच पानी दिखी जाते सन, प्रतीत उन्होंने हो रहा सी इहो जी बनाई सी। एक दैंत ने जिन्हों वो मार लगे सी उन्हें माफ़ी मंगी सी भी मैं बना देना पर मैं कुछ ना कहो। फिर ना इहो जी नगरी बनाई सी एक जग विच पांडवां ने मंडप जा रजाया सी। नीर मांझ कहूँ कहूँ काच, काच सो भगत है। अते कहूँ कहूँ कोई किते किते नीर पानी दे विच, कहूँ कहूँ कहिए किते किते पानी दे नीर मांझ पानी दे विच काच, काच जिहड़ा भगत कहिए मिलिया होया प्रतीत हुंदा सी। भाव पानी विच धरती ते धरती विच पानी भरम कारण प्रतीत हुंदा सी। पर बनाया इस जिथे धरती सी उत्थे है, उत्थे जिहड़ा पानी प्रतीत हुंदा सी, जिथे पानी सी उत्थे धरती प्रतीत हुंदी सी। इहो जी बनाई सी वो नाव ते उदों ही फिर जदों दरवाजा समझ के कंध विच वज गए सन ते वो है ते कच की धरती समझे भी पानी है ते धोती जी चुकड़ी सी दुर्योधन होना ने। ते अगे जाके जिथे पानी सी उत्थे सोचा भी धरती है, उत्थे धोती ठां कर ली ते भेज गए सन। फिर उन्हें कह दिता सी रहे ना अंध के अंध रहे ना भी अन्ने दे अन्ने रहे ते धृतराष्ट्र अन्ना सी। वो गल सुन के दुर्योधन नूं बड़ा गुस्सा आया सी, कहंदा बदला लैना हुण इह गल दा। फिर उही रौला सी जदों जिहड़ा है द्रौपदी माता दे ओह वस्त्र उतारन लगे सन, उही बदला लेना चाहुंदा सी। सरो विचार नाव के चलत रूख तीर के चलत लागे। जिस प्रकार सिख सुन नाव के कहिए नौका बेड़ी दे चलत चलदियां चलदियां जिहड़े रुख आ ना नदी के किनारे ते तीर किनारे ते वो चलत वो चलते हुए लगते प्रतीत होंदे हैं भी चल रहे लगता। चलन ते बेड़ी डई है, लगते रुख चलन डे भासदे प्रतीत होंदे। मेघन के दौरे मन चंद्रमा भगत है। फिर जिवें मेघन कहिए बदलां आकाश दे विच जिहड़े बदल आ वो बदलां दे दौरे कहिए भजन नाल दौड़न नाल ते मानो इवें प्रतीत हुंदा वा जिवें चंद्रमा भगत कहिए भजदा जांदा होवे। असल विच बदल भजन दे ते लगदा जिवें सूरज या चंद्रमा भज रिहा है तो कोई गल नहीं, चंद्रमा उत्थे ही है भजन ते बदल डे हवा नाल। जैसे इंद्रजाल भ्रम पांख को परेवो भासे। फिर जिस प्रकार इंद्रजाल, इंद्र दा जाल भाव जादूगरी जादूगरी नाल भरम कहिए भुलेखे करके पांख कहिए पांख को खंभा दा परेवो कहिए कबूतर भाषे प्रतीत हुंदा है।
ਭਾਵ ਜਿਸ ਤਰ੍ਹਾਂ ਇੰਦਰਜਾਲ ਕਹੀਏ ਜਾਦੂਗਰ ਦੇ ਭਰਮ ਨਾਲ ਜਿਹੜਾ ਆਪਾਂ ਖੰਭਾਂ ਦਾ ਕਬੂਤਰ ਪ੍ਰਤੀਤ ਹੁੰਦਾ ਜਾਦੂਗਰ ਨਾਲ ਹੀ, ਤੇ ਭਰਮ ਕਰਕੇ ਖੰਭਾਂ ਦਾ ਪ੍ਰਤੀਤ ਹੁੰਦਾ ਵੀ ਕਬੂਤਰ ਹੈ, ਪਰ ਉਹ ਹੁੰਦਾ ਨਹੀਂ। ਇੰਦਰਜਾਲ ਬਾਰੇ ਐਵੇਂ ਦੱਸਿਆ, ਇੰਦਰ ਜੋ ਸਵਰਗਪੁਰੀ ਦਾ ਰਾਜਾ ਆ, ਉਹ ਜਪ ਤਪ ਜਗ ਸਾਧਨ ਕਰਨ ਵਾਲਿਆਂ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਨਾ ਇੰਦਰ ਜਾਲ ਬਣਾਉਂਦਾ, ਫਾਈਆਂ ਬਣਾਉਂਦਾ, ਜਿਨ੍ਹਾਂ ਵਿੱਚ ਫਸਾ ਕੇ ਉਹ ਵੀ ਜਪ ਤਪ ਜਗ ਦਾ ਫਲ ਨਸ਼ਟ ਕਰ ਦਿੰਦਾ, ਤਾਂ ਕਿ ਮੇਰਾ ਕੋਈ ਰਾਜ ਨਾ ਪ੍ਰਾਪਤ ਕਰ ਸਕੇ, ਮੈਂ ਹੀ ਰਾਜ ਭਾਗਦੇ ਰਵਾਂ। ਇਸ ਕਰਕੇ ਇੰਦਰ ਦੇ ਨਾਲ ਵਸਾਉਣ ਵਾਲੇ ਫੰਦੇ ਦਾ ਨਾਮ ਹੀ ਇੰਦਰਜਾਲ ਪ੍ਰਸਿੱਧ ਹੋਇਆ। ਭਾਵ ਜਿਵੇਂ ਇੰਦਰ ਜਾਲ ਵਿੱਚ ਫਸਾ ਕੇ ਨਾ ਫਿਰ ਉਹ ਰਿਸ਼ੀ ਮੁਨੀ ਤਪੀਆਂ ਦੇ ਤਪ ਨੂੰ ਨਾਸ ਕਰ ਦਿੰਦਾ, ਫਿਰ ਉਹਨਾਂ ਦੇ ਵਿੱਚ ਹੀ ਤਪ ਰਹਿੰਦਾ ਤੇ ਜਗ ਪੂਰਾ ਨਹੀਂ ਹੁੰਦਾ, ਸਾਧਨਾ ਪੂਰੀ ਨਹੀਂ ਹੁੰਦੀ ਤੇ ਇੰਦਰ ਦੀ ਪਦਵੀ ਨੂੰ ਪ੍ਰਾਪਤ ਨਹੀਂ ਹੁੰਦੀ। ਇੰਦਰਜਾਲ ਤਾਂ ਨਾ ਇੱਥੇ ਇੰਦਰਜਾਲ ਦਾ ਆਪਾਂ ਅਰਥ ਕਰਨਾ ਵਾ, ਉਹ ਤਾਂ ਦੱਸੇ ਵੀ ਇੰਦਰਜਾਲ ਕਿਹਨੂੰ ਕਹਿੰਦੇ, ਭਾਵ ਜਾਦੂਗਰ। ਜਿਸ ਤਰ੍ਹਾਂ ਜਾਦੂਗਰ ਦੇ ਭਰਮ ਦਾ ਬਣਾਇਆ ਹੋਇਆ ਕਬੂਤਰ ਖੰਭਾਂ ਦਾ ਭਾਸੇ ਪ੍ਰਤੀਤ ਹੁੰਦਾ ਵਾ, ਅਸਲ ਵਿੱਚ ਉਹ ਕਬੂਤਰ ਕਬਾਤਰ ਤੇ ਕੋਈ ਨਹੀਂ ਹੈ। ਜਾਦੂ ਦੀਆਂ ਬਣਾਈਆਂ ਚੀਜ਼ਾਂ ਉਸੇ ਵੇਲੇ ਨਸ਼ਟ ਹੋ ਜਾਂਦੀਆਂ। ਸਕੂਲਾਂ ਵਿੱਚ ਆਉਂਦੇ ਸੀ ਨਾ, ਕਿੰਨਾ ਕੁਝ ਬਣਾ ਦਿੰਦੇ, ਉਹ ਰੱਖੀ ਜਾਂਦੇ ਸਨ ਥੱਲੇ ਇੱਕ ਬਾਲਟੇ ਜੇ ਥੱਲੇ ਕੱਖ ਨਹੀਂ ਲੱਭਦਾ, ਪ੍ਰਤੀਤ ਪਰ ਜ਼ਰੂਰ ਹੁੰਦਾ, ਵਿਖਾ ਸਭ ਦਿੰਦੇ, ਟੇਬਲ ਕਾਰਡ ਸਾੜੀਆਂ ਵਿਆਹ ਦੇ ਵਸਤਰ ਚੂੜੇ ਆਦਿਕ ਬਣਾ ਦਿੰਦੇ ਸੀ। ਭਾਸਦੇ ਜ਼ਰੂਰ ਹੈ ਪਰ ਰਹਿੰਦੇ ਨਹੀਂ, ਉਹ ਪ੍ਰਤੀਤ ਜ਼ਰੂਰ ਹੁੰਦੇ। ਤੈਸੇ ਬ੍ਰਹਮ ਚੇਤਨ ਮੈਂ ਭਾਸਤ ਜਗਤ ਹੈ, ਇਸੇ ਪ੍ਰਕਾਰ ਤੈਸੇ ਕਹੀਏ ਇਸੇ ਪ੍ਰਕਾਰ ਹੀ ਇਹ ਸਿੱਖ ਜਿਹੜਾ ਬ੍ਰਹਮ ਚੇਤਨ ਆ ਨਾ, ਉਹਦੇ ਵਿੱਚ ਇਹ ਜਗਤ ਭਾਸਤ ਪ੍ਰਤੀਤ ਹੋ ਰਿਹਾ ਵਾ। ਜਿਵੇਂ ਆ ਤੈਨੂੰ ਉੱਪਰ ਸਾਰੇ ਪ੍ਰਮਾਣ ਦਿੱਤੇ ਆ ਨਾ, ਵੀ ਹੈ ਕੁਝ ਤੇ ਕੁਝ ਕੋਈ ਪ੍ਰਤੀਤ ਕੁਝ ਹੁੰਦਾ। ਬ੍ਰਹਮ ਚੇਤਨ ਦੇ ਵਿੱਚ ਸੰਸਾਰ ਦਾ ਤੇ ਭਰਮ ਹੀ ਆ। ਹੁਣ ਤੂੰ ਪੁੱਛੇ ਵੀ ਜੇ ਭਰਮ ਹੀ ਆ ਤੇ ਗੁਰੂ ਜੀ ਫਿਰ ਪ੍ਰਤੀਤ ਕਿਉਂ ਹੁੰਦਾ, ਤੇ ਤੈਨੂੰ ਪ੍ਰਮਾਣ ਪ੍ਰਤੱਖ ਦਿੰਦੇ ਜਿਹੜੇ ਵਰਤਦੇ ਆ ਸੰਸਾਰ ਦੇ ਵਿੱਚ, ਵੀ ਜਿਸ ਤਰ੍ਹਾਂ ਆਹ ਘਟਨਾ ਉਪਰੋਕਤ ਤੈਨੂੰ ਦੱਸੀਆਂ ਵਰਤਦੀਆਂ ਨਾ, ਤੇ ਵਰਤੀਆਂ ਸੀ ਦੁਰਯੋਧਨ ਹੋਣਾ ਨਾਲ, ਤੇ ਜਿਵੇਂ ਆ ਖੁਦ ਵੀ ਨਾਲ ਅਨੁਭਵ ਹੀ ਵਰਤਿਆ ਜਾਂਦਾ। ਨਦੀ ਦੇ ਵਿੱਚ ਜਾਂਦਿਆਂ ਬੇੜੀ ਦੇ ਰੁੱਖ ਕਿਨਾਰੇ ਤੇ ਲੱਗੇ ਆਂਦਾ ਰੁੱਖ ਤੁਰਨ ਡੇ ਆ, ਪਰ ਰੁੱਖ ਤਾਂ ਨਹੀਂ ਨਾ ਤੁਰਦੇ। ਗੱਡੀ ਵਿੱਚ ਬੈਠਿਆਂ ਉਹ ਗੱਡੀ ਭੱਜਦੀ ਆ ਨਾ, ਤੇ ਲੱਗਦਾ ਕਿ ਸੜਕ ਭੱਜਣ ਡੀ, ਜਿਹੜੇ ਰੁੱਖ ਹੈ ਵਾਰ-ਵਾਰ ਉਹ ਭੱਜਣ ਡੇ, ਪਰ ਉਹ ਰੁੱਖ ਉੱਥੇ ਖੜੇ ਆ, ਸੜਕ ਵੀ ਉੱਥੇ ਖੜੀ, ਭੱਜਣ ਤੇ ਗੱਡੀ ਡਈ, ਪਰ ਉਹ ਪ੍ਰਤੀਤ ਜ਼ਰੂਰ ਹੁੰਦੀ। ਇਸੇ ਤਰ੍ਹਾਂ ਬ੍ਰਹਮ ਚੇਤਨ ਦੇ ਵਿੱਚ ਇਹ ਸੰਸਾਰ ਭਾਸਤ ਪ੍ਰਤੀਤ ਹੋ ਰਿਹਾ। ਜਿਵੇਂ ਉਹ ਚੀਜ਼ਾਂ ਉੱਥੇ ਤੇ ਖੜੀਆਂ ਤੇ ਹੈ ਕੁਝ ਨਹੀਂ ਨਾ, ਉੱਥੇ ਖੜੀਆਂ ਨਾ, ਇਸੇ ਤਰ੍ਹਾਂ ਇਹ ਸੰਸਾਰ ਜਿਹੜਾ ਨਾ ਉਹ ਪ੍ਰਮਾਣ ਦਿੱਤੇ ਵੀ ਜਿਵੇਂ ਉਹ ਉੱਥੇ ਖੜੀਆਂ ਪਰ ਪ੍ਰਤੀਤ ਹੁੰਦੀਆਂ, ਇਸ ਤਰ੍ਹਾਂ ਸੰਸਾਰ ਪ੍ਰਤੀਤ ਹੋ ਰਿਹਾ। ਅਸਲ ਵਿੱਚ ਇਹ ਸੰਸਾਰ ਹੈ ਹੀ ਨਹੀਂ ਹੈ, ਬ੍ਰਹਮ ਚੇਤਨ ਹੀ ਆ। ਬ੍ਰਹਮ ਚੇਤਨ ਦੇ ਵਿੱਚ ਬਸ ਪ੍ਰਤੀਤ ਹੀ ਹੋਣ ਡਿਆ, ਭਾਸ ਹੀ ਰਿਹਾ। ਇਹ ਗਿਆਨ ਦੀ ਅੱਖ ਨਾਲ ਖੋਲ੍ਹਦਾ ਵਾ ਵੀ ਬ੍ਰਹਮ ਦੇ ਵਿੱਚ ਇਹਦੇ ਕੁਝ ਵੀ ਨਹੀਂ ਹੈ, ਸੰਸਾਰ ਤੇ ਕੁਝ ਵੀ ਨਹੀਂ ਹੈ। ਫਿਰ ਬਾਰ-ਬਾਰ ਉਹੀ ਸ਼ਬਦ ਅੱਜ ਦਾ ਜਗ ਰਚਨਾ ਸਭ ਝੂਠ ਹੈ, ਇਹ ਝੂਠੀ ਰਚਨਾ ਪ੍ਰਤੀਤ ਹੋ ਰਹੀ ਤੇ ਹੈ ਬ੍ਰਹਮ ਦਾ ਰੂਪ। ਇਹ ਵੀ ਬੜੀ ਡੂੰਘੀ ਗੱਲ ਸਮਝਣ ਵਾਲੀ ਵੀ ਇਹ ਭਾਵ ਹੈ ਸਾਰੇ ਬ੍ਰਹਮ ਹੀ ਬ੍ਰਹਮਚਾਰ ਸਵੇਰੇ, ਪਰ ਪ੍ਰਤੀਤ ਕੀ ਹੋ ਰਿਹਾ, ਸੰਸਾਰ। ਇਹ ਬ੍ਰਹਮੀ ਆ, ਇਹ ਬ੍ਰਹਮ ਚੇਤਨ ਦੇ ਵਿੱਚ ਪ੍ਰਤੀਤ ਕੀ ਹੋ ਰਿਹਾ, ਸੰਸਾਰ। ਇਹ ਸਮਝਣ ਵਾਲੀ ਗੱਲ ਹੈ। ਸਿੱਖਿਓ ਵਾਚ ਦੋਹਰਾ ਬ੍ਰਹਮ ਨਿਤ ਚੇਤਨ ਹੈ। ਗੁਰੂ ਜੀ ਤੁਹਾਡੇ ਕਹੇ ਅਨੁਸਾਰ ਮੈਂ ਜਾਣ ਲਿਆ ਕਿ ਬ੍ਰਹਮ ਜਿਹੜਾ ਹਮੇਸ਼ਾ ਨਿਤ ਸਰੂਪ ਹੈ, ਸਦਾ ਰਹਿਣ ਵਾਲਾ, ਤੇ ਚੇਤਨ ਹੈ, ਚੇਤਨ ਸਰੂਪ ਭਾਵ ਹਰਕਤ ਕਰਨ ਵਾਲਾ, ਸਾਰਿਆਂ ਨੂੰ ਸਰਬ ਗਿਆਤਾ, ਸਰਬ ਨੂੰ ਜਾਣਨ ਵਾਲਾ ਚੇਤਨ ਹੈ, ਹਰਕਤ ਵਾਲਾ, ਸਾਵਧਾਨ ਹੈ। ਜਗ ਅਨਿਤ ਜੜ ਜਾਣ, ਜਿਵੇਂ ਆਪ ਜੀ ਨੇ ਕਿਹਾ ਉਸ ਮੁਤਾਬਕ ਇਹ ਸੰਸਾਰ ਕੀ ਹੈ, ਅਨਿਤ,
ਝੂਠੀ ਰਚਨਾ, ਭਾਵ ਹੈ ਹੀ ਨਹੀਂ ਹੈ, ਨਾਸਵਾਨ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਫਿਰ ਜੜ, ਤੇ ਜੜ ਆ ਹਰਕਤ ਤੋਂ ਬਿਨਾਂ ਆਪਣੇ ਆਪ ਕੁਝ ਨਹੀਂ ਕਰ ਸਕਦਾ, ਚੇਤਨ ਨਹੀਂ ਆਏ। ਇਹ ਜਾਣ ਕੇ ਇਹ ਜਾਣਨਾ ਮੈਂ ਕੀਤਾ ਵਾ ਕਿ ਬ੍ਰਹਮ ਨਿੱਤ ਸਰੂਪ ਆ ਤੇ ਚੇਤਨ ਸਰੂਪ ਆ, ਸਦਾ ਰਹਿਣ ਵਾਲਾ ਆ, ਹਮੇਸ਼ਾ ਰਹਿਣ ਵਾਲਾ, ਸਰਬ ਦਾ ਜਾਣਨ ਵਾਲਾ। ਇਹ ਸੰਸਾਰ ਕੀ ਆ, ਸਦਾ ਰਹਿਣ ਵਾਲਾ ਨਹੀਂ, ਜੜ ਆ। ਇਹ ਮੈਂ ਗੁਰੂ ਜੀ ਜਾਣ ਲਿਆ, ਆਪਣੇ ਆਪ ਨੂੰ ਜਾਣਦਾ ਨਹੀਂ ਸੰਸਾਰ ਕੁਝ ਵੀ। ਉਪਾਦਾਨ ਕਿਉਂ ਘਰ ਭਇਓ, ਫਿਰ ਇਹ ਦੱਸੋ ਵੀ ਜਿਹੜਾ ਉਪਾਦਾਨ ਕਾਰਨ ਆ ਉਹ ਕਿਵੇਂ ਕਰਕੇ ਹੋਇਆ ਸੰਸਾਰ ਦਾ ਬ੍ਰਹਮ? ਕਿਉਂਕਿ ਕਾਰਨ ਤੋਂ ਵੱਖਰਾ ਨਹੀਂ ਹੈ ਕਾਰਜ, ਤੇ ਪਰ ਇਹ ਉਲਟੀ ਖੇਡ ਵਰਤ ਗਈ ਨਾ ਵੀ ਸੰਸਾਰ ਤੁਹਾਡੇ ਦੱਸੇ ਮੁਤਾਬਕ ਅਨਿੱਤਿਆ ਜਾੜਿਆ, ਉਹ ਨਿੱਤਿਆ ਬ੍ਰਹਮ ਤੇ ਚੇਤਨ ਆ, ਸੁਮੇਲ ਤੇ ਹੋਣ ਨਹੀਂ ਡਿਆ। ਫਿਰ ਉਪਾਦਾਨ ਕਾਰਨ ਕਿਵੇਂ ਕਰਕੇ ਭਇਓਗੇ ਹੋ ਗਿਆ? ਇਹ ਕਿਵੇਂ ਹੋ ਗਿਆ ਦੱਸੋ ਮੈਨੂੰ? ਜੜ ਕੋ ਚੇਤਨ ਮਾਨ, ਇਹ ਜਿਹੜਾ ਜੜਿਆ ਸੰਸਾਰ ਕਿਸੇ ਜੋਗਾ ਨਹੀਂ, ਆਪਣੇ ਆਪ ਤੇ ਕੁਝ ਨਹੀਂ ਹੈ ਪਾਸ, ਤੇ ਅਨਿੱਤ ਰੂਪ ਹੈ, ਸਦਾ ਰਹਿਣ ਵਾਲਾ ਨਹੀਂ ਆ। ਤੇ ਇਹਨੂੰ ਵੀ ਚੇਤਨ ਜਿਹੜਾ ਬ੍ਰਹਮ ਆ, ਹਰਕਤ ਵਾਲਾ, ਸਰਬ ਦਾ ਜਾਣਨ ਵਾਲਾ, ਤੇ ਉਹ ਬ੍ਰਹਮ ਦਾ ਸਰੂਪ ਕਿਵੇਂ ਮਾਨ ਕੇ ਮੰਨਣਾ ਕਰੀਏ? ਤੁਸੀਂ ਕਹਿਤਾ ਨਾ ਵੀ ਅਸਲ ਵਿੱਚ ਸੰਸਾਰ ਤੇ ਐਵੇਂ ਪ੍ਰਤੀਤ ਹੋਣ ਡਿਆ ਹੈ ਤੇ ਸਾਰਾ ਬ੍ਰਹਮ, ਪਰ ਇਹ ਜਿਹੜਾ ਜੜ ਅਨਿੱਤ ਸੰਸਾਰ ਆ, ਇਹਨੂੰ ਚੇਤਨ ਬ੍ਰਹਮ ਦੇ ਵਿੱਚ, ਬ੍ਰਹਮ ਦਾ ਸਰੂਪ ਕਿਵੇਂ ਮੰਨ ਲੈਣਾ ਕਰੀਏ? ਕਿਉਂਕਿ ਬੜਾ ਫਰਕ ਆ। ਉਪਾਦਾਨ ਕਾਰਨ ਤੁਸੀਂ ਤਾਂ ਸਮਝਾ ਦਿੱਤਾ ਮੇਰੇ ਤਾਈਂ, ਤੇ ਉਪਾਦਾਨ ਕਾਰਨ ਜਿਵੇਂ ਮਿੱਟੀ ਘੜੇ ਦਾ ਉਪਾਦਾਨ ਕਾਰਨ ਆ, ਕੋਠੇ ਦਾ ਉਪਾਦਾਨ ਕਾਰਨ ਲੱਕੜੀ ਆ। ਵੇਖੋ ਉਨ ਦੋਵਾਂ 'ਚ ਇੱਕੋ ਚੀਜ਼ ਹੈ ਨਾ, ਇੱਕੋ ਚੀਜ਼ ਹੈ ਨਾ, ਉਹ ਲੱਕੜੀ, ਉਹ ਵੀ ਲੱਕੜੀ, ਉਹ ਵੀ ਮਿੱਟੀ, ਘੜਾ ਵੀ ਮਿੱਟੀ। ਤੇ ਤੁਸੀਂ ਕਹਿਤਾ ਬ੍ਰਹਮ ਉਪਾਦਾਨ ਕਾਰਨ ਆ ਤੇ ਸੰਸਾਰ ਕਾਰਜ ਆ, ਤੇ ਉਹ ਇੱਕ ਹੋਣੇ ਚਾਹੀਦੇ, ਪਰ ਇਹ ਉਲਟੀ ਖੇਡ ਵਰਤ ਗਈ ਕਿ ਬ੍ਰਹਮ ਜਿਹੜਾ ਚੇਤਨ ਹੈ, ਨਿੱਤ ਸਰੂਪ ਹੈ, ਸੰਸਾਰ ਤੁਸੀਂ ਕਹਿਤਾ ਜਗ ਇਹ ਅਨਿੱਤ ਸਰੂਪ ਹੈ ਤੇ ਜੜ ਰੂਪ ਆ। ਫਿਰ ਇਹ ਉਪਾਦਾਨ ਕਿਵੇਂ ਕਾਰਨ ਹੋ ਗਿਆ? ਗੁਰੂ ਜੀ ਇਹ ਦੱਸੋ, ਜਿਹੜਾ ਜੜ ਸੰਸਾਰ ਦਾ ਉਹ ਚੇਤਨ ਬ੍ਰਹਮ ਨੂੰ ਕਿਵੇਂ ਜਿਹੜਾ ਹੈ ਉਹਦਾ ਸਰੂਪ ਮੰਨਣਾ ਕਰੀਏ, ਸੰਸਾਰ ਨੂੰ ਕਿਵੇਂ ਮੰਨੀਏ? ਜਿਵੇਂ ਗੁਰੂ ਸਾਹਿਬ ਜੀ ਬਚਨ ਕਰਦੇ, ਇਹ ਹੋਵੇ ਸੰਸਾਰ ਤੁਮ ਦੇਖਦੇ ਹੋ ਹਰਿ ਕਾ ਰੂਪ ਹੈ, ਇਹ ਕਿਵੇਂ ਮੰਨ ਲੈਣਾ ਕਰੀਏ ਜੀ? ਸ੍ਰੀ ਗੁਰੂ ਵਾਚ ਦੋਹਰਾ, ਚੇਤਨ ਤੇ ਜੜ ਹੋਤ ਹੈ ਸਿੱਖ। ਵੇਖ ਇਹ ਵੀ ਪ੍ਰਮਾਣ ਤੈਨੂੰ ਦਿੰਦੇ ਆ, ਗੁਰੂ ਜੀ ਕਥਨ ਕਰ ਲੱਗੇ ਜਿਵੇਂ ਵੀ ਆ ਚੇਤਨ ਹੈ ਨਾ, ਚੇਤਨ ਤੋਂ ਜੜ ਚੀਜ਼ਾਂ ਹੋਤ ਕਈਏ ਹੁੰਦੀਆਂ ਐ, ਇਹਦੇ ਵਿੱਚ ਤੂੰ ਕੋਈ ਰਹਿ ਨਾ ਕਰ। ਜੜ ਤੇ ਚੇਤਨ ਹੋਏ ਤੇ ਤਿਵੇਂ ਜਿਹੜਾ ਜੜ ਤੋਂ ਚੇਤਨ ਚੀਜ਼ਾਂ ਹੋ ਜਾਂਦੀਆਂ, ਹਰਕਤ ਵਾਲੀਆਂ ਪੈਦਾ ਹੋ ਜਾਂਦੀਆਂ। ਜੜ ਤੋਂ ਇਹ ਚੇਤਨ ਤੋਂ ਜੜ ਤੇ ਜੜ ਤੋਂ ਚੇਤਨ ਹੋ ਜਾਂਦਾ ਆ। ਕਿਵੇਂ? ਹੁਣ ਬ੍ਰਹਮ ਕੀ ਆ? ਚੇਤਨ ਆ। ਮਾਇਆ ਕੀ ਆ? ਜੜ ਆ। ਤੇ ਪੈਦਾ ਕਿੱਥੋਂ ਹੋਈ ਹੈ ਮਾਇਆ? ਬ੍ਰਹਮ ਤੋਂ ਪੈਦਾ ਹੋਈ ਨਾ, ਬ੍ਰਹਮ ਤੋਂ ਪੈਦਾ ਹੋਈ ਨਾ ਮਾਇਆ। ਤੇ ਵੇਖੋ ਹੋ ਗਿਆ ਨਾ, ਚੇਤਨ ਤੋਂ ਜੜ ਤੇ ਜੜ ਤੋਂ ਚੇਤਨ, ਮਾਇਆ ਜੜ ਆ। ਈਸ਼ ਪ੍ਰਤੀਬਿੰਬ ਨੂੰ ਲੈ ਕੇ ਉਹ ਚੇਤਨ ਹੋ ਗਈ ਮਾਇਆ ਹੈ, ਬ੍ਰਹਮ ਦੇ ਪ੍ਰਤੀਬਿੰਬ ਨੂੰ ਲੈ ਕੇ ਚੇਤਨ ਹੋ ਗਈ ਆ। ਤੇ ਉਹ ਜੜ ਮਾਇਆ ਤੋਂ ਹੀ ਫਿਰ ਚੇਤਨ ਹੋਣ ਡਿਆ, ਸੰਸਾਰ ਹਰਕਤ ਵਾਲਾ ਹੋਣ ਡਿਆ। ਇਸ ਤਰ੍ਹਾਂ ਸਿੱਧਾ ਜਿਹਾ ਪ੍ਰਮਾਣ ਹੈ, ਚੇਤਨ ਤੋਂ ਜੜ ਹੋਤ ਹੁੰਦਾ ਆ ਤੇ ਤਿਵੇਂ ਜੜ ਤੋਂ ਚੇਤਨ ਚੀਜ਼ਾਂ ਹੁੰਦੀਆਂ। ਅੱਗੇ ਦਾ ਹੋਰ ਖੋਲਣ, ਯਹ ਪ੍ਰਤਾਸ਼ ਹੀ ਦੇਖ ਕੇ, ਇਹ ਪ੍ਰਤਾਖ ਕਹੀਏ ਪ੍ਰਗਟ ਹੀ ਨੇਤਰਾ ਨਾਲ ਗਿਆਨੀ ਪੁਰਸ਼ ਦੇਖ ਕੇ ਸੰਸੇ ਡਾਰੋ ਖੋਏ। ਜਿਹੜਾ ਨਾ ਤੂੰ ਗਿਆਨੀ ਬਣ ਤੇ ਆਪਣੇ ਮਨ ਦੇ ਅੰਦਰੋਂ ਜਿਹੜਾ ਕੋਈ ਸੰਸਾ ਭਰਮ ਸ਼ੰਕਾ ਆ ਹੈ, ਉਹਨੂੰ ਡਾਰੋ ਕਹੀਏ ਸੁੱਟ ਦੇ, ਖੋ ਕੇ ਕਹੀਏ ਨਾਸ ਕਰਕੇ।
ਸੰਸੇ ਨੂੰ ਆਪਣੇ ਨੂੰ ਖੋਏ ਨਾਸ ਕਰਕੇ ਡਾਰੋਗੇ ਸੁੱਟ ਦੇ। ਇਹ ਪ੍ਰਤਾਸ਼ ਦੇ ਕੇ ਵੀ ਚੇਤਨ ਤੋਂ ਜੜ ਹੁੰਦਾ ਤੇ ਜੜ ਤੋਂ ਚੇਤਨ ਹੋ ਜਾਂਦਾ ਵਾ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ, ਇਹ ਪਰਮੇਸ਼ਰ ਦੀ ਕਲਾ ਵਾ। ਹੁੰਦਾ ਹੀ ਆ ਕਿ ਬ੍ਰਹਮ ਚੇਤਨ ਆ, ਉਹ ਤੋਂ ਮਾਇਆ ਜੜਿਆ, ਮਾਇਆ ਚੇਤਨ ਫਿਰ ਹੋ ਜੇ। ਵੇਖੋ ਜੜ ਮਾਇਆ ਜੜਿਆ, ਜੜ ਤੋਂ ਹੀ ਫਿਰ ਚੇਤਨ ਹੋਣ ਡਿਆ। ਇਹ ਸੰਸਾਰ ਸਾਰਾ ਵੇਖੋ ਜੜ ਹੀ ਆ, ਪਰ ਇਹ ਚੇਤਨ ਹੋਣ ਡਿਆ। ਆ ਹਰਕਤ ਵਾਲੇ ਆਪਾਂ ਹੋਣ ਡੇ ਸੇ, ਸਾਡੇ 'ਚ ਚੇਤਨ ਹੀ ਹੋ ਗਿਆ ਨਾ। ਪਹਿਲਾਂ ਹੀ ਸਰੀਰ ਜਾੜਿਆ, ਆ ਜਾੜਿਆ ਸਰੀਰ, ਇਹ ਜੜ ਸਰੀਰ 'ਚ ਸੱਤਾ ਪੈ ਗਈ ਤੇ ਚੇਤਨ ਹੋ ਗਿਆ। ਫਿਰ ਇਹ ਚੇਤਨ ਵਿੱਚ ਸੱਤਾ ਨਿਕਲ ਗਈ ਤੇ ਇਹ ਜੜ ਹੋ ਗਿਆ। ਇਸ ਤਰ੍ਹਾਂ ਜੜ ਤੋਂ ਚੇਤਨ, ਚੇਤਨ ਤੋਂ ਜੜ। ਤੇ ਇਹ ਪ੍ਰਤਾਖੀ ਵੇਖ ਕੇ ਤੂੰ ਆਪਣਾ ਸੰਸਾ ਜਿਹੜਾ ਸ਼ੱਕ ਕੋਈ ਉਹਨੂੰ ਖੋਏ ਕਹੀਏ, ਨਾਸ ਕਰਕੇ ਡਾਰੋ ਕਹੀਏ ਸੁੱਟ ਦੇ। ਇਹਨੂੰ ਹੋਰ ਦੱਸਦੇ ਕਿਵੇਂ ਚੇਤਨ ਤੋਂ ਜੜ ਤੇ ਜੜ ਤੋਂ ਚੇਤਨ ਹੁੰਦਾ। ਇਹ ਪਰਮੇਸ਼ਰ ਨੇ ਰਚਨਾ ਐਸੀ ਰਚੀ ਹੈ। ਦੋਹਰਾ ਯਹ ਸਰੀਰ ਚੇਤਨ ਹੈ। ਇਹ ਸਿੱਖ ਦੇਖ, ਇਹ ਜਿਹੜਾ ਸਰੀਰ ਆ ਇਹ ਚੇਤਨ ਹੈ, ਸੱਤਾ ਕਰਕੇ ਚੇਤਨ ਹੋ ਗਿਆ। ਹਾਂਜੀ, ਹਰਕਤ ਵਾਲਾ ਹੋ ਗਿਆ। ਹੁਣ ਅੱਜ ਜੇ ਸਾਡਾ ਸਰੀਰ ਚੇਤਨ ਨਾ ਹੋਵੇ ਤਾਂ ਹਰਕਤ ਥੋੜ੍ਹੀ ਹੋਣੀ ਕੋਈ। ਹੱਥ ਪੈਰ ਹਿੱਲਣ ਡੇ, ਜ਼ੁਬਾਨ ਹਿੱਲਣ ਡੀ, ਅੱਖਾਂ ਝਮਕਣ ਡੇ ਆ, ਸਭ ਕੁਝ ਕਰਨ ਡੇ ਚੇਤਨ ਕਰਕੇ ਹੀ ਆ। ਜਦੋਂ ਇਹਦੇ ਵਿੱਚੋਂ ਸੱਤਾ ਨਿਕਲ ਗਈ ਪਰਮੇਸ਼ਰ ਦੀ, ਚੇਤਨ ਨਿਕਲ ਗਿਆ ਅੰਦਰੋਂ, ਚੇਤਨ ਤਾਂ ਸਾਡੇ ਅੰਦਰ ਚਲੀ ਗਈ, ਹਰਕਤ ਚਲੀ ਗਈ, ਤੇ ਇਹ ਸਰੀਰ ਜੜ ਹੋ ਜਾਣਾ। ਹੋ ਗਿਆ ਕਿ ਨਾ? ਜੜ ਸਰੀਰ ਵਿੱਚ ਚੇਤਨ ਪੈ ਗਿਆ। ਇਹ ਜੜ ਤੋਂ ਚੇਤਨ, ਚੇਤਨ ਤੋਂ ਜੜ। ਹੁਣ ਚੇਤਨ ਆ, ਜਦੋਂ ਮਰ ਗਏ ਫਿਰ ਜੜ, ਜਦੋਂ ਮਸਾਣਾ ਵਿੱਚ ਸਰੀਰ ਪਿਆ ਹੁੰਦਾ। ਸੋ ਰੋ ਵਿਚਾਰ, ਜੇ ਸਰੀਰ ਚੇਤਨ ਹੈ ਸਿੱਖ ਦੇਖਣਾ ਕਰ, ਇਹ ਸਰੀਰ ਇੱਕ ਪੱਖ ਤੋਂ ਚੇਤਨ ਆ, ਹਰਕਤ ਵਾਲਾ ਸੱਤਾ ਕਰ ਗਏ। ਤਾਂ ਤੇ ਨਖ ਜੜ ਹੋਏ ਤੇ ਤਾਂ ਦੇ ਕਹੀਏ ਇਸ, ਤਾਂ ਕਹੀਏ ਇਸ, ਤੇ ਕਹੀਏ ਤੋਂ। ਇਸ ਸਰੀਰ ਤੋਂ ਹੀ ਨਖ ਜਿਹੜੇ ਨਹੁੰ ਆ ਉਹ ਜੜ ਆ ਹਰਕਤ ਤੋਂ ਬਿਨਾਂ ਹੀ ਪ੍ਰਗਟ ਹੋਏ ਹੋ ਜਾਂਦੇ ਹੋ ਗਏ। ਜੜ ਨੂੰ ਕੀ ਆ? ਕੁਝ ਵੀ ਕਰੋ, ਜੜ ਨੂੰ ਕੁਝ ਨਹੀਂ ਪਤਾ ਹੁੰਦਾ, ਮਾਰੋ ਕੁਝ ਨਹੀਂ ਹੁੰਦਾ। ਸਾਡੇ ਨਹੁੰ ਕੀ ਹੈ? ਜੜ ਆ। ਇਹਨਾਂ ਨੂੰ ਤੁਸੀਂ ਕੱਟੋਗੇ ਕੋਈ ਸਾਨੂੰ ਦਰਦ ਨਹੀਂ ਹੁੰਦੀ। ਜਿਹੜੇ ਅੱਗੋਂ ਹੋ ਜਾਂਦੇ ਨਾ ਨਹੁੰ, ਇਹ ਜੜ ਆ। ਜਿਹੜੇ ਪਿਛਲੇ 'ਚ ਚੇਤਨਤਾ, ਇਹਨੂੰ ਪੁੱਟਾਂਗੇ ਦਰਦ ਹੁੰਦੀ। ਜਦੋਂ ਅੰਗ ਦੇ ਨਾਲੋਂ ਕੋਈ ਵੀ ਅੰਗ ਅਲੱਗ ਹੋ ਗਿਆ ਉਹ ਜੜ ਹੋ ਜਾਂਦਾ। ਜਦੋਂ ਲੱਗਾ ਉਹ ਚੇਤਨ ਹੈ। ਤੇ ਸਰੀਰ ਚੇਤਨ ਆ ਇੱਕ ਪੱਖ ਨਾਲ, ਜਦੋਂ ਸੱਤਾ ਅੰਦਰ। ਤੇ ਵੇਖੋ ਚੇਤਨ ਦੇ ਵਿੱਚ ਹੀ ਨੌ ਜਿਹੜੇ ਜੜ ਹੋ ਜਾਂਦੇ ਆ। ਸਾਡੇ ਵਿੱਚ ਸੱਤਾ ਵੀ ਨੌ ਨਾਲ ਲੱਗੇ ਆ, ਨਾਲ ਹੀ ਜੜ ਹੈ। ਚੇਤਨ ਤੋਂ ਨਾਲ ਹੀ ਜੜ ਹੋਇਆ। ਗੋਬਰ ਜੜ ਤੇ ਪ੍ਰਗਟ ਹੋਇਆ। ਫਿਰ ਜਿਹੜਾ ਪਸ਼ੂਆਂ ਦਾ ਗੋਬਰ ਗੋਹਾ ਉਹ ਵੇਖ ਸਿੱਖ ਜੜ ਆ। ਗੋਹੇ ਨੂੰ ਤਾਂ ਕੋਈ ਗੱਲ, ਗੋਹੇ ਦੇ ਵਿੱਚ ਕੋਈ ਚੇਤਨਤਾ ਨਹੀਂ ਨਾ ਹੈਗੀ। ਹਰਕਤ ਗੋਹੇ 'ਚ ਥੋੜ੍ਹੀ ਹੈਗੀ, ਜਿੱਥੇ ਸੁੱਟਦਾ ਸੁੱਟਿਆ ਰਹਿਣਾ, ਪਿਆ ਰਹਿਣਾ। ਤੇ ਉਹ ਤੋਂ ਪ੍ਰਗਟ ਹੈ, ਉਹ ਤੋਂ ਪ੍ਰਗਟ ਹੋਇਆ ਕਈ ਹੋ ਜਾਂਦਾ, ਉਸ ਤੋਂ ਪ੍ਰਗਟ ਹੋ ਜਾਂਦਾ ਪ੍ਰਤੱਖ ਹੀ। ਗੋਬਰੇਂਡ ਚਿਤ ਹੋਏ, ਚਿਤ ਨਾਮ ਚੇਤਨ ਦਾ। ਗੋਬਰੇਂਡ ਕਹੀਏ ਗੋਬਰ ਨਾ, ਗੋਬਰ ਏਂਡ, ਗੋਬਰ ਤੋਂ ਏਂਡ ਕਹੀਏ ਕੀੜਾ। ਗੋਬਰ ਦਾ ਜਿਹੜਾ ਕੀੜਾ ਨਾ, ਗੋਹੇ ਦਾ ਕੀੜਾ, ਉਹ ਚੇਤਨ ਹਰਕਤ ਵਾਲਾ ਪ੍ਰਗਟ ਹੋ ਜਾਂਦਾ। ਦੂਰ ਕੀ ਜਾਣਾ, ਸਾਡਾ ਜਿਹੜਾ ਗੰਧ ਆ ਵਿਸ਼ਟਾ ਵਾ, ਉਹ ਕੀ ਜੜਿਆ। ਉਹਦੇ ਵਿੱਚ ਜਿਹੜਾ ਹੈ ਆ ਜਿਹੜੇ ਕੀੜੇ ਕੂੜੇ ਹੁੰਦੇ ਚੇਤਨ ਹੀ ਹੁੰਦੇ ਆ। ਤੇ ਗੋਬਰ ਦਾ ਜਿਹੜਾ ਕੀੜਾ ਨਾ, ਗੋਬਰੇਂਡ ਜਿਹਨੂੰ ਨਾਮ ਦਿੱਤਾ, ਉਹ ਗੋਬਰ ਜਾੜਿਆ, ਉਹ ਤੋਂ ਪ੍ਰਗਟ ਹੋ ਜਾਂਦਾ ਕੀੜਾ, ਚੇਤਨ ਰੂਪ। ਕਦੇ ਕੀੜਾ ਤੇ ਉੱਡਦਾ ਹੀ ਆ ਨਾ, ਤੁਰਿਆ ਫਿਰਦਾ, ਚੇਤਨ ਹੀ ਆ, ਹਰਕਤ ਵਾਲਾ ਹੀ ਆ। ਸਿੱਖਿਓ ਵਾਚ ਦੋਹਰਾ, ਜੇ ਤੋ ਜਾਨੀ ਜੋ ਕਹੀ। ਗੁਰੂ ਜੀ ਇਹ ਗੱਲ ਤਾਂ ਮੈਂ ਜਾਣ ਲਈ ਆ, ਜੋ ਤੁਸਾਂ ਨੇ ਕਹੀ ਆ। ਉਪਾਦਾਨ ਕੀ ਰੀਤ, ਜਿਹੜੀ ਉਪਾਦਾਨ ਕਾਰਨ ਦੀ ਰੀਤੀ ਆ, ਕਹਿਣਾ ਕੀਤੀ, ਉਹ ਮੈਂ ਜਾਣ ਲਈ ਆ। ਇਸ ਪੱਖ ਨਾਲ ਮੈਂ ਸਮਝ ਗਿਆ ਵਾਂ ਵੀ ਉਸ
ਚੇਤਨ ਬ੍ਰਹਮ ਤੋਂ ਹੀ ਇਹ ਜੜ ਰੂਪੀ ਸੰਸਾਰ ਹੋਇਆ। ਮੈਂ ਤੁਹਾਨੂੰ ਪ੍ਰਸ਼ਨ ਕੀਤਾ ਸੀ ਨਾ ਵੀ ਗੁਰੂ ਜੀ ਵੀ ਬ੍ਰਹਮ ਤੇ ਆ ਵੇਖੋ ਨਿੱਤ ਸਰੂਪ ਆ ਤੇ ਚੇਤਨ ਆ, ਇਹ ਸੰਸਾਰ ਤੇ ਅਨਿੱਤ ਤੇ ਜੜ ਆ, ਫਿਰ ਉਪਾਦਾਨ ਕਿਵੇਂ ਕਾਰਨ ਹੋ ਗਿਆ? ਪਰ ਤੁਹਾਨੂੰ ਸਿੱਧ ਕਰ ਦਿੱਤਾ ਵੀ ਸਿੱਖ ਇਹ ਐਸਾ ਨਹੀਂ ਹੈ ਕਿ ਜੈਸਾ ਕਾਰਨ ਹੁੰਦਾ ਹੋ ਜਾਂ ਕਾਰਜ ਹੁੰਦਾ, ਇਹ ਉਹ ਤੋਂ ਥੋੜਾ ਬਦਲਵੇਂ ਰੂਪ 'ਚ ਵੀ ਹੋ ਜਾਂਦਾ। ਇਹ ਬਦਲਵਾਂ ਰੂਪ ਹੀ ਹੈ ਨਾ। ਹੁਣ ਮਿੱਟੀ ਆ, ਸਿੱਧੀ ਮਿੱਟੀ ਆ, ਘੜਾ ਜਦੋਂ ਬਣ ਕੇ ਲਾਲ ਰੰਗ ਦਾ ਹੋ ਜਾਂਦਾ, ਫਿਰ ਉਹਦੀ ਬਣਤਰ ਵੱਖਰੀ ਹੋ ਜਾਂਦੀ ਹੈ। ਬ੍ਰਹਮ ਤੇ ਹੁਣ ਪ੍ਰਕਾਸ਼ ਰੂਪ ਹੀ ਹੈ ਸਾਰਾ, ਤੇ ਸਰੀਰ ਦੀ ਬਣਤਰ ਵੇਖੋ ਕਿੱਦਾਂ ਦੀ ਹੈ, ਮਿੱਟੀ ਦਾ, ਪੰਜ ਤੱਤਾਂ ਦਾ ਵੱਖਰੇ ਰੂਪ ਜਿਹੇ 'ਚ ਹੋ ਗਿਆ। ਤੇ ਹੈ ਉਹਦਾ ਰੂਪ, ਪਰ ਹੈ ਇਹ ਜੜ ਆ, ਉਹ ਚੇਤਨ ਹੈ। ਇਸ ਤਰ੍ਹਾਂ ਗੁਰੂ ਜੀ ਮੈਂ ਤੁਹਾਡੇ ਪ੍ਰਮਾਣਾਂ ਦੇ ਰਾਹੀਂ ਉਪਾਦਾਨ ਦੀ ਰੀਤੀ ਸਮਝ ਲਈ ਆ। ਇਹ ਤੋਂ ਸਿੱਧ ਹੋ ਗਿਆ ਵਾ ਕਿ ਬ੍ਰਹਮ ਹੀ ਜਿਹੜਾ ਇਹ ਜੜ ਤੇ ਅਨਿੱਤ ਰੂਪ ਸੰਸਾਰ ਦਾ ਉਪਾਦਾਨ ਕਾਰਨ ਹੈ, ਬ੍ਰਹਮ ਆ। ਠੀਕ ਹੈ, ਇਹ ਉਪਾਦਾਨ ਕੀ ਰੀਤੀ ਜੋ ਤੁਸੀਂ ਕਹੀ ਹੋ ਮੈਂ ਜਾਣ ਲਈ। ਅਬ ਨਿਮਿਤ ਕਿਹ ਭਾਂਤ ਹੈ। ਹੁਣ ਗੁਰੂ ਜੀ ਉਪਾਦਾਨ ਸਮਝਾ ਦਿੱਤਾ ਜਿਹੜਾ ਨਿਮਿਤ ਕਾਰਨ ਆ, ਤੇ ਉਹ ਬ੍ਰਹਮ ਜਿਹੜਾ ਹੈ ਉਹ ਜਗਤ ਦਾ ਨਿਮਿਤ ਕਾਰਨ ਕਿਹ ਭਾਂਤ ਕਿਹ ਤਰ੍ਹਾਂ ਹੈ, ਕਿ ਤਰੀਕੇ ਨਾਲ ਸੋ ਕਹੀਏ ਕਰ ਪ੍ਰੀਤ। ਉਹ ਮੈਨੂੰ ਪ੍ਰੀਤ ਕਹੀਏ ਬੜਾ ਪ੍ਰੇਮ ਕਰਕੇ, ਪ੍ਰੀਤ ਕਹੀਏ ਪ੍ਰਤੀਤੀ ਨਾਲ, ਭਰੋਸੇ ਨਾਲ ਕਹੀਏ ਕਹਿਣਾ ਕਰੋ। ਉਹ ਵੀ ਦੱਸ ਦਿਓ, ਨਿਮਿਤ ਕਾਰਨ ਬਾਰੇ ਵੀ ਮੈਨੂੰ ਦੱਸ ਦਿਓ ਤਾਂ ਜੋ ਮੈਨੂੰ ਸਮਝ ਆ ਸਕੇ ਜੀ। ਸੋ ਗੁਰੂ ਜੀ ਜਿਵੇਂ ਨਿਮਿਤ ਕਾਰਨ ਬਾਰੇ ਦੱਸਣਗੇ ਉਹ ਆਪਾਂ ਜਿਹੜਾ ਵਿਚਾਰ ਕਰਾਂਗੇ। ਹੁਣ ਇੱਥੇ ਜਿਹੜੀ ਹੈ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਚਾਰਾਂ ਦੀ ਇੱਥੇ ਹੀ ਅੱਜ ਸਮਾਪਤੀ ਹੈ। ਜਹ ਤੋ ਜਾਨੀ ਜੋ ਕਹੀ ਉਪਾਦਾਨ ਕੀ ਰੀਤ, ਅਬ ਨਿਮਿਤ ਕੇ ਭਾਂਤ ਹੈ ਸੋ ਕਹੀਏ ਕਰ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।